ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਬੰਦੇ ਫਿਲਮ 'ਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਮੈਂ ਤੁਹਾਡੇ ਲਈ ਬਾਬਾ ਬਾਲਕ ਨਾਥ ਜੀ ਦੀ ਕਹਾਣੀ ਦਾ ਦੂਜਾ ਪਾਰਟ ਲੈ ਕੇ ਆਇਆ ਹਾਂ। ਮੈਂ ਇਸ ਕਹਾਣੀ ਦਾ ਤੀਜਾ ਪਾਰਟ ਵੀ ਜਲਦ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ। ਜੇ ਇਸ ਕਹਾਣੀ ਵਿੱਚ ਤੁਹਾਨੂੰ ਕੁਝ ਗਲਤ ਲੱਗੇ ਤਾਂ ਪਲੀਜ਼ ਮਾਫ ਕਰਿਓ ਜੀ। ਤੇ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਸ਼੍ਰੀ ਬਾਬਾ ਬਾਲਕ ਨਾਥ ਜੀ ਦਾ ਜਨਮ ਕਲਯੁਗ ਵਿੱਚ ਹੋਇਆ। ਇਹਨਾਂ ਦੇ ਮਾਤਾ ਪਿਤਾ ਰੱਬ ਨੂੰ ਮੰਨਣ ਵਾਲੇ ਸਨ। ਪਿਤਾ ਸ਼ਿਵ ਸ਼ੰਕਰ ਦੇ ਪੁਜਾਰੀ ਸਨ। ਸ਼ਿਵ ਜੀ ਦੀ ਮਿਹਰ ਨਾਲ ਬਾਲਕ ਦਾ ਜਨਮ ਗੁਜਰਾਤ ਕਾਠੀਆਵਾੜ ਦੇ ਜ਼ਿਲ੍ਹੇ ਜੂਨਾਗੜ੍ਹ ਵਿੱਚ ਹੋਇਆ। ਪਿਤਾ ਦਾ ਨਾਂ ਸ਼੍ਰੀ ਵਿਸ਼ਨੂੰ ਵੇਸ ਸੀ ਅਤੇ ਮਾਤਾ ਲక్ష్ਮੀ ਦੇਵੀ ਦੇ ਨਾਂ ਨਾਲ ਪ੍ਰਸਿੱਧ ਸੀ। ਜਨਮ ਵੇਲੇ ਬਾਲਕ ਦੇ ਚਿਹਰੇ ਤੇ ਨੂਰਾਨੀ ਤੇਜ ਸੀ ਅਤੇ ਵਾਲ ਸੁਨਹਿਰੀ ਅਤੇ ਘੁੰਗਰਾਲੇ ਸਨ। ਇੰਜ ਲੱਗਦਾ ਸੀ ਕਿ ਜਿਵੇਂ ਸ਼ਿਵ ਸ਼ੰਕਰ ਜੀ ਨੇ ਆਪ ਅਵਤਾਰ ਲਿਆ ਹੈ। ਪਿੰਡ ਦੇ ਸਾਰੇ ਲੋਕ ਬਾਲਕ ਦਾ ਇਹ ਰੂਪ ਦੇਖ ਕੇ ਮਸਤ ਹੋ ਗਏ ਤੇ ਹੈਰਾਨ ਰਹਿ ਗਏ। ਮਾਤਾ ਪਿਤਾ ਵੀ ਇਹੋ ਜਿਹਾ ਅਨੋਖਾ ਬੱਚਾ ਪਾ ਕੇ ਬਹੁਤ ਖੁਸ਼ ਸਨ। ਪਿਤਾ ਨੇ ਬਾਲਕ ਦੀ ਜਨਮ ਕੁੰਡਲੀ ਬਣਵਾਉਣ ਲਈ ਬੜੇ ਬੜੇ ਵਿਦਵਾਨ ਪੰਡਤਾਂ ਨੂੰ ਬੁਲਾਇਆ, ਪਰ ਪੰਡਤਾਂ ਨੇ ਜਦੋਂ ਬਾਲਕ ਦੇ ਮੱਥੇ ਵੱਲ ਦੇਖਿਆ ਤਾਂ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ ਕਿ ਇਹ ਤਾਂ ਕੋਈ ਅਵਤਾਰੀ ਜੀਵ ਲੱਗਦਾ ਹੈ, ਕੋਈ ਸਧਾਰਨ ਬਾਲਕ ਨਹੀਂ ਹੈ। ਨਾਲ ਵਿਸ਼ਨੂੰ ਵੇਸ਼ ਨੂੰ ਕਿਹਾ ਕਿ ਤੁਸੀਂ ਬੜੇ ਭਾਗਾਂ ਵਾਲੇ ਹੋ ਜਿੱਥੇ ਇਹੋ ਜਿਹੇ ਬਾਲਕ ਨੇ ਜਨਮ ਲਿਆ ਹੈ, ਅਤੇ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਵੱਡਾ ਹੋ ਕੇ ਸਿੱਧ ਆਦਮੀ ਬਣੇਗਾ। ਇੰਨਾ ਕਹਿ ਕੇ ਪੰਡਤ ਚਲੇ ਗਏ। ਬਾਲਕ ਆਪਣੇ ਮਾਂ-ਬਾਪ ਦੀ ਇੱਕੋ ਇੱਕ ਸੰਤਾਨ ਸੀ। ਬਾਲਕ ਨਾਥ ਦਾ ਨਾਂ ਬਾਲਕ ਦੇਵ ਸੀ। ਇਹਨਾਂ ਨੇ ਆਪਣੇ ਪਿੰਡ ਦੇ ਸਕੂਲ ਤੋਂ ਉਸ ਵੇਲੇ ਦੀ ਹਿੰਦੀ ਅਤੇ ਸੰਸਕ੍ਰਿਤ ਦੀ ਸਿੱਖਿਆ ਪ੍ਰਾਪਤ ਕੀਤੀ। ਇੱਥੇ ਇਹਨਾਂ ਨੇ ਵੇਦ ਸ਼ਾਸਤਰ ਅਤੇ ਪੁਰਾਣਾਂ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਸਭ ਤਰ੍ਹਾਂ ਦੇ ਹਵਨ ਯੱਗ ਕਰਨ ਵਿੱਚ ਵਿਦਵਾਨ ਬਣ ਗਏ। ਉਸ ਸਮੇਂ ਛੋਟੀ ਉਮਰ ਵਿੱਚ ਹੀ ਵਿਆਹ ਕਰਨ ਦਾ ਬਹੁਤ ਰਿਵਾਜ ਸੀ, ਪਰ ਬਾਲਕ ਦੇਵ ਤਾਂ ਜਵਾਨ ਹੋ ਚੁੱਕੇ ਸਨ। ਮਾਂ-ਬਾਪ ਨੂੰ ਵਿਆਹ ਕਰਨ ਦੀ ਚਿੰਤਾ ਲੱਗ ਗਈ। ਉਹ ਬਾਲਕ ਦੇਵ ਦਾ ਵਿਆਹ ਜਲਦੀ ਕਰ ਦੇਣਾ ਚਾਹੁੰਦੇ ਸਨ। ਉਹਨਾਂ ਨੇ ਬਾਲਕ ਦੇਵ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਬੇਟਾ, ਹੁਣ ਤੂੰ ਜਵਾਨ ਹੋ ਗਿਆ ਏ, ਸਾਡਾ ਜੀਵਨ ਬੁਢਾਪੇ ਵੱਲ ਜਾ ਰਿਹਾ ਹੈ, ਅਸੀਂ ਚਾਹੁੰਦੇ ਹਾਂ ਕਿ ਆਪ ਦਾ ਵਿਆਹ ਕਰ ਦਈਏ। ਬਾਲਕ ਦੇਵ ਨੇ ਕਿਹਾ, ਪਿਤਾ ਜੀ, ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ। ਮੇਰੇ ਜੀਵਨ ਵਿੱਚ ਗ੍ਰਹਿਸਥੀ ਜੀਵਨ ਦਾ ਸੁੱਖ ਨਹੀਂ ਹੈ। ਮੈਂ ਖੁਦ ਵੀ ਇਸ ਮਾਇਆ ਰੂਪੀ ਜਾਲ ਵਿੱਚ ਨਹੀਂ ਫਸਣਾ ਚਾਹੁੰਦਾ। ਮੈਂ ਤਾਂ ਬਾਲ ਬ੍ਰਹਮਚਾਰੀ ਹੀ ਰਹਾਂਗਾ, ਭਗਵਾਨ ਸ਼ਿਵ ਦਾ ਨਾਂ ਜਪਾਂਗਾ ਅਤੇ ਸਾਧੂ ਸੰਤਾਂ ਦੀ ਸੇਵਾ ਕਰਾਂਗਾ। ਤੁਸੀਂ ਮੈਨੂੰ ਵਿਆਹ ਲਈ ਮਜਬੂਰ ਨਾ ਕਰੋ। ਇਸ ਤੋਂ ਇਲਾਵਾ ਮੈਂ ਆਪ ਦੀ ਹਰ ਗੱਲ ਮੰਨਣ ਨੂੰ ਤਿਆਰ ਹਾਂ। ਬਾਲਕ ਦੇਵ ਦੇ ਵਿਆਹ ਦੀ ਗੱਲ ਨੂੰ ਲੈ ਕੇ ਘਰ ਵਿੱਚ ਕਾਫੀ ਤਣਾਅ ਰਿਹਾ ਅਤੇ ਬਾਲਕ ਦੇਵ ਹਮੇਸ਼ਾ ਹੀ ਉਹਨਾਂ ਦੀ ਗੱਲ ਨੂੰ ਟਾਲਦੇ ਰਹੇ ਅਤੇ ਬ੍ਰਹਮਚਾਰੀ ਰਹਿਣ ਦੀ ਗੱਲ ਵਾਰ-ਵਾਰ ਕਹਿ ਦਿੰਦੇ। ਇਸ ਤਰ੍ਹਾਂ ਉਹਨਾਂ ਦੇ ਮਾਂ-ਬਾਪ ਬਹੁਤ ਦੁਖੀ ਰਹਿਣ ਲੱਗੇ। ਇਹ ਸਭ ਕੁਝ ਦੇਖ ਕੇ ਬਾਲਕ ਨੇ ਘਰ ਛੱਡ ਕੇ ਜਾਣ ਦਾ ਇਰਾਦਾ ਕਰ ਲਿਆ, ਕਿਉਂਕਿ ਉਹਨਾਂ ਨੇ ਸੋਚਿਆ ਕਿ ਘਰ ਵਿੱਚ ਰਹਿਣ ਨਾਲ ਮੈਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿੱਚ ਫਸ ਜਾਵਾਂਗਾ। ਇਹਨਾਂ ਤੋਂ ਮੈਨੂੰ ਮੁਕਤੀ ਨਹੀਂ ਮਿਲੇਗੀ ਅਤੇ ਵਿਆਹ ਤੋਂ ਬਾਅਦ ਤਾਂ ਹੋਰ ਵੀ ਮੁਸੀਬਤ ਆ ਜਾਣੀ ਹੈ। ਮੈਂ ਕਿਸੇ ਪਾਸੇ ਦਾ ਨਹੀਂ ਰਹਿਣਾ, ਰੱਬ ਦੀ ਭਗਤੀ ਤੋਂ ਖਾਲੀ ਹੀ ਜਾਵਾਂਗਾ ਅਤੇ ਭਜਨ ਪਾਠ ਵੀ ਸਭ ਕੁਝ ਛੁੱਟ ਜਾਵੇਗਾ। ਜਦੋਂ ਇਹੋ ਜਿਹੀਆਂ ਗੱਲਾਂ ਦਾ ਉਹਨਾਂ ਦੇ ਮਨ ਤੇ ਪ੍ਰਭਾਵ ਪਿਆ ਤਾਂ ਇੱਕ ਰਾਤ ਉਹ ਇਕੱਲੇ ਹੀ ਘਰ ਛੱਡ ਕੇ ਜੰਗਲਾਂ ਵੱਲ ਨੂੰ ਚਲੇ ਗਏ। ਘਰ ਛੱਡਣ ਤੋਂ ਬਾਅਦ ਜੰਗਲਾਂ ਵਿੱਚ ਘੁੰਮਦੇ ਹੋਏ ਉਹਨਾਂ ਦਾ ਮੇਲ ਇੱਕ ਗਵਾਲੇ ਪਰਿਵਾਰ ਨਾਲ ਹੋ ਗਿਆ। ਉਹ ਉਹਨਾਂ ਦੇ ਕੋਲ ਹੀ ਰੁਕ ਗਏ ਅਤੇ ਉਹਨਾਂ ਦੀਆਂ ਗਊਆਂ ਅਤੇ ਹੋਰ ਪਸ਼ੂ ਚਰਾਉਣੇ ਸ਼ੁਰੂ ਕਰ ਦਿੱਤੇ। ਸਵੇਰ ਹੁੰਦੇ ਹੀ ਘਰੋਂ ਨਿਕਲ ਜਾਂਦੇ ਅਤੇ ਸ਼ਾਮ ਨੂੰ ਪਸ਼ੂਆਂ ਨੂੰ ਲੈ ਕੇ ਘਰ ਵਾਪਿਸ ਆ ਜਾਂਦੇ। ਪਸ਼ੂਆਂ ਨੂੰ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਅਤੇ ਆਪ ਭਗਤੀ ਵਿੱਚ ਲੀਨ ਹੋ ਜਾਂਦੇ। ਇੰਜ 12 ਸਾਲ ਬੀਤ ਗਏ। ਫਿਰ ਉਹਨਾਂ ਨੇ ਮਿੰਦਰ ਪਰਬਤ ਤੇ ਜਾ ਕੇ ਬੜੀ ਦੇਰ ਭਗਤੀ ਕੀਤੀ। ਉਹਨਾਂ ਨੂੰ ਰੱਬ ਦੀ ਬੰਦਗੀ ਵਿੱਚ ਬਹੁਤ ਆਨੰਦ ਮਿਲਦਾ, ਮਨ ਨੂੰ ਸ਼ਾਂਤੀ ਮਿਲਦੀ ਅਤੇ ਇਸ ਤਰ੍ਹਾਂ ਉਹਨਾਂ ਵਿੱਚ ਆਪਣੇ ਮਨ ਤੇ ਕਾਬੂ ਪਾਉਣ ਦੀ ਸ਼ਕਤੀ ਵੀ ਆ ਗਈ। ਇੱਕ ਦਿਨ ਜੂਨਾਗੜ੍ਹ ਦੇ ਅਖਾੜੇ ਦੇ ਮਹੰਤ ਸ਼੍ਰੀ ਦੱਤਾਤਰੇय ਜੀ ਆਪਣੇ ਕੁਝ ਚੇਲਿਆਂ ਨਾਲ ਵਰਿੰਦਾਵਨ ਆਏ। ਉਸ ਵੇਲੇ ਬਾਲਕ ਦੇਵ ਗਊਆਂ ਦੀ ਸੇਵਾ ਕਰਨ ਵਿੱਚ ਮਸਤ ਸਨ। ਸ਼੍ਰੀ ਦੱਤਾਤਰੇय ਜੀ ਦੀ ਨਜ਼ਰ ਬਾਲਕ ਤੇ ਪਈ। ਉਹ ਸਮਝ ਗਏ ਕਿ ਇਹ ਬਾਲਕ ਜੋ ਗਊਆਂ ਚਰਾ ਰਿਹਾ ਹੈ ਕੋਈ ਮਾਮੂਲੀ ਬਾਲਕ ਨਹੀਂ ਹੈ। ਇਹ ਬਾਲਕ ਤਾਂ ਬੜੀ ਸ਼ਕਤੀ ਵਾਲਾ ਲੱਗਦਾ ਹੈ। ਉਹਨਾਂ ਨੇ ਆਪਣੇ ਇੱਕ ਚੇਲੇ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਇਹ ਬਾਲਕ ਜੋ ਗਊਆਂ ਦੀ ਸੇਵਾ ਕਰ ਰਿਹਾ ਹੈ ਉਸ ਨੂੰ ਆਦਰ ਨਾਲ ਮੇਰੇ ਕੋਲ ਲੈ ਕੇ ਆਓ। ਮੈਂ ਉਸ ਨਾਲ ਕੁਝ ਜ਼ਰੂਰੀ ਗੱਲਾਂ ਕਰਨਾ ਚਾਹੁੰਦਾ ਹਾਂ। ਗੁਰੂ ਜੀ ਦੀ ਆਗਿਆ ਮੰਨ ਕੇ ਉਹ ਚੇਲਾ ਬਾਲਕ ਦੇਵ ਕੋਲ ਗਿਆ ਅਤੇ ਉਹਨਾਂ ਨੂੰ ਸੱਦ ਲਿਆਇਆ।
ਬਾਲਕ ਦੇਵ ਨੇ ਪ੍ਰਣਾਮ ਕਰਕੇ ਦੱਤਾਤਰੇय ਜੀ ਅੱਗੇ ਬੇਨਤੀ ਕੀਤੀ ਅਤੇ ਪੁੱਛਿਆ, ਮਹਾਰਾਜ ਕੀ ਹੁਕਮ ਹੈ। ਰਿਸ਼ੀ ਦੱਤਾਤਰੇय ਜੀ ਨੇ ਕਿਹਾ ਕਿ ਬੇਟਾ ਤੂੰ ਬੜਾ ਭਾਗਾਂ ਵਾਲਾ ਲੱਗਦਾ ਏ। ਤੇਰੀ ਕਿਸਮਤ ਵਿੱਚ ਇੱਕ ਸਿੱਧ ਪੁਰਸ਼ ਦੇ ਨਿਸ਼ਾਨ ਦਿਖਦੇ ਹਨ। ਤੁਸੀਂ ਤਾਂ ਦੁਖੀ ਸੰਸਾਰ ਦੀ ਸੇਵਾ ਕਰਨੀ ਹੈ ਅਤੇ ਸਾਰੀ ਉਮਰ ਦੀਨ ਦੁਖੀਆਂ ਦੀ ਸੇਵਾ ਵਿੱਚ ਹੀ ਬੀਤੇਗੀ। ਮੈਂ ਚਾਹੁੰਦਾ ਹਾਂ ਕਿ ਤੂੰ ਵੀ ਮੇਰੀ ਮੰਡਲੀ ਵਿੱਚ ਆ ਜਾ ਅਤੇ ਮੇਰਾ ਚੇਲਾ ਬਣ ਜਾ। ਸ਼੍ਰੀ ਮਹੰਤ ਜੀ ਦੇ ਵਚਨ ਸੁਣ ਕੇ ਬਾਲਕ ਦੇਵ ਖੁਸ਼ ਹੋ ਗਏ ਅਤੇ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਣ ਲੱਗੇ। ਫਿਰ ਬਾਲਕ ਦੇਵ ਨੇ ਸ਼੍ਰੀ ਦੱਤਾਤਰੇय ਜੀ ਨੂੰ ਕਿਹਾ, ਮੇਰੇ ਧੰਨ ਭਾਗ ਹਨ। ਮੈਂ ਤਾਂ ਕਈ ਸਾਲਾਂ ਤੋਂ ਆਪ ਜਿਹੇ ਬ੍ਰਹਮ ਗਿਆਨੀ ਜੀ ਨੂੰ ਲੱਭ ਰਿਹਾ ਸੀ। ਇਹ ਕਹਿ ਕੇ ਬਾਲਕ ਦੇਵ ਨੇ ਉਹਨਾਂ ਦਾ ਸੇਵਕ ਬਣਨਾ ਸਵੀਕਾਰ ਕਰ ਲਿਆ। ਬਾਲਕ ਦੇਵ ਨੇ ਦੱਤਾਤਰੇय ਜੀ ਨੂੰ ਆਪਣਾ ਗੁਰੂ ਮੰਨ ਲਿਆ ਅਤੇ ਉਹਨਾਂ ਦੇ ਕੋਲ ਹੀ ਗੁਰੂ ਸੇਵਾ ਵਿੱਚ ਲੱਗ ਗਏ। ਉਹ ਬੜੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕਰਦੇ ਰਹੇ ਅਤੇ ਹਰ ਆਗਿਆ ਨੂੰ ਮੰਨਦੇ ਹੋਏ ਬਹੁਤ ਖੁਸ਼ ਰਹਿਣ ਲੱਗੇ। ਉੱਥੋਂ ਦੇ ਸਭ ਚੇਲੇ ਬਾਲਕ ਦੇਵ ਤੋਂ ਬੜੇ ਖੁਸ਼ ਸਨ। ਇਸ ਤਰ੍ਹਾਂ ਦੱਤਾਤਰੇय ਜੀ ਨੇ ਪੁੰਨਿਆਂ ਦੇ ਦਿਨ ਵਿਧੀ ਨਾਲ ਉਹਨਾਂ ਨੂੰ ਗੁਰੂ ਨਾਮ ਦੇਣ ਦਾ ਫੈਸਲਾ ਕੀਤਾ, ਕਿਉਂਕਿ ਬਾਲਕ ਦੇਵ ਦਾ ਸੁਭਾਅ ਬੜਾ ਪ੍ਰਸ਼ੰਸਾ ਵਾਲਾ ਸੀ। ਮਹੰਤ ਜੀ ਨੇ ਇਸ ਪਵਿੱਤਰ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਉਣ ਦਾ ਪ੍ਰਬੰਧ ਕੀਤਾ। ਇੱਕ ਬਹੁਤ ਵੱਡਾ ਯੱਗ ਕਰਨ ਦਾ ਫੈਸਲਾ ਕੀਤਾ। ਇਸ ਚੰਗੇ ਦਿਨ ਤੇ ਵੱਡੇ ਵੱਡੇ ਵਿਦਵਾਨਾਂ ਅਤੇ ਸਾਧੂ ਸੰਤਾਂ ਨੂੰ ਸੱਦਿਆ ਗਿਆ। ਯੱਗ ਵਾਲੇ ਦਿਨ ਬਹੁਤ ਵੱਡਾ ਹਵਨ ਕੀਤਾ ਗਿਆ। ਮੰਡਲੀ ਦੇ ਸਭ ਚੇਲੇ ਇਸ ਯੱਗ ਵਿੱਚ ਆਏ। ਸ਼ਾਸਤਰ ਵਿਧੀ ਨਾਲ ਸਾਰਾ ਕੰਮ ਹੋਣ ਲੱਗਾ। ਜਦੋਂ ਯੱਗ ਦਾ ਕੰਮ ਚੱਲ ਰਿਹਾ ਸੀ, ਉਸ ਵੇਲੇ ਇੱਕ ਰੋਂਦੀ ਹੋਈ ਇਸਤਰੀ ਉੱਥੇ ਆਈ। ਉਹ ਮਹੰਤ ਜੀ ਦੇ ਪੈਰ ਫੜ ਕੇ ਕਹਿਣ ਲੱਗੀ, ਮਹਾਰਾਜ ਮੈਂ ਤਾਂ ਉੱਜੜ ਗਈ, ਮੇਰਾ ਸਭ ਕੁਝ ਬਰਬਾਦ ਹੋ ਗਿਆ। ਮੈਂ ਤਾਂ ਕਿਸੇ ਪਾਸੇ ਦੀ ਨਹੀਂ ਰਹੀ। ਇਹੋ ਜਿਹਾ ਵਰਲਾਪ ਕਰਨ ਲੱਗੀ। ਦੱਤਾਤਰੇय ਜੀ ਨੇ ਪੁੱਛਿਆ ਕਿ ਹੇ ਭਲੀ ਔਰਤ, ਜੋ ਵੀ ਗੱਲ ਹੈ ਸਾਫ਼-ਸਾਫ਼ ਕਹੋ ਅਤੇ ਰੋਣਾ ਬੰਦ ਕਰੋ। ਪੁੱਛਣ ਤੇ ਇਸਤਰੀ ਨੇ ਕਿਹਾ ਕਿ ਮੈਂ ਆਪਣੇ ਬੇਟੇ ਨਾਲ ਆਪ ਦੇ ਯੱਗ ਵਿੱਚ ਸ਼ਾਮਲ ਹੋਣ ਲਈ ਆ ਰਹੀ ਸੀ ਕਿ ਰਾਹ ਵਿੱਚ ਇੱਕ ਬਹੁਤ ਵੱਡਾ ਜੰਗਲ ਆ ਗਿਆ। ਜਦੋਂ ਮੈਂ ਉਸ ਜੰਗਲ ਵਿੱਚੋਂ ਲੰਘ ਰਹੀ ਸੀ ਤਾਂ ਮੇਰੇ ਪੁੱਤਰ ਨੂੰ ਇੱਕ ਰਾਖਸ਼ ਚੁੱਕ ਕੇ ਲੈ ਗਿਆ। ਉਹ ਮੇਰੇ ਪੁੱਤਰ ਨੂੰ ਮਾਰ ਕੇ ਖਾ ਜਾਵੇਗਾ। ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਆਪ ਮੈਨੂੰ ਮੇਰਾ ਪੁੱਤਰ ਵਾਪਸ ਲਿਆ ਕੇ ਦੇਣ ਦੀ ਕਿਰਪਾ ਕਰੋ, ਨਹੀਂ ਤਾਂ ਮੈਂ ਆਪਣੀ ਜਾਨ ਇੱਥੇ ਹੀ ਦੇ ਦੇਵਾਂਗੀ। ਸਾਰਾ ਕਿੱਸਾ ਸੁਣ ਕੇ ਮਹੰਤ ਜੀ ਨੇ ਮਾਈ ਨੂੰ ਕਿਹਾ, ਤੁਸੀਂ ਵਰਲਾਪ ਨਾ ਕਰੋ। ਮੈਂ ਤੁਹਾਡੇ ਪੁੱਤਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਥੋੜਾ ਇੰਤਜ਼ਾਰ ਕਰੋ। ਇੰਨਾ ਕਹਿ ਕੇ ਮਹੰਤ ਜੀ ਨੇ ਆਪਣੇ 4 ਵੱਡੇ ਚੇਲਿਆਂ ਨੂੰ ਸੱਦਿਆ ਤੇ ਨਾਲ ਹੀ ਹੁਕਮ ਦਿੱਤਾ ਕਿ ਅੱਜ ਹੀ ਜੰਗਲ ਵਿੱਚ ਜਾਓ ਅਤੇ ਇਸ ਮਾਈ ਦੇ ਪੁੱਤਰ ਨੂੰ ਉਸ ਰਾਖਸ਼ ਕੋਲੋਂ ਵਾਪਸ ਲੈ ਕੇ ਆਓ। ਇਸ ਤਰ੍ਹਾਂ ਉਹ ਚੇਲੇ ਚਾਰੇ ਦਿਸ਼ਾਵਾਂ ਵੱਲ ਚੱਲ ਪਏ, ਪਰ ਉਸ ਰਾਖਸ਼ ਨੂੰ ਲੱਭ ਨਾ ਸਕੇ। ਉਹ ਚਾਰੇ ਥੱਕ ਹਾਰ ਕੇ ਵਾਪਸ ਆ ਗਏ। ਫਿਰ ਮਹੰਤ ਦੱਤਾਤਰੇय ਜੀ ਨੇ ਬਾਲਕ ਦੇਵ ਨੂੰ ਬੁਲਾਇਆ ਅਤੇ ਉਹਨਾਂ ਨੂੰ ਬੱਚਾ ਲੱਭ ਕੇ ਲਿਆਉਣ ਲਈ ਕਿਹਾ। ਬਾਲਕ ਦੇਵ ਗੁਰੂ ਜੀ ਦੀ ਆਗਿਆ ਮੰਨ ਕੇ ਜੰਗਲ ਵੱਲ ਤੁਰ ਪਏ। ਰਾਖਸ਼ ਨੇ ਸਾਧੂ ਦਾ ਰੂਪ ਧਾਰਨ ਕੀਤਾ ਹੋਇਆ ਸੀ। ਬਾਲਕ ਦੇਵ ਨੇ ਆਪਣੀ ਤੇਜ਼ ਸ਼ਕਤੀ ਨਾਲ ਉਸ ਸਾਧੂ ਨੂੰ ਸਮਝ ਲਿਆ ਜੋ ਇੱਕ ਗੁਫਾ ਵਿੱਚ ਲੁਕ ਕੇ ਬੈਠਾ ਸੀ। ਬਾਲਕ ਦੇਵ ਨੇ ਉਸ ਸਾਧੂ ਨੂੰ ਕਿਹਾ, ਤੂੰ ਸਾਧੂ ਨਹੀਂ ਪਖੰਡੀ ਏ। ਤੇਰੇ ਜਿਹੇ ਲੋਕ ਭਗਵਾਨ ਦਾ ਰੂਪ ਧਾਰਨ ਕਰਕੇ ਬੁਰੇ ਕੰਮ ਕਰਦੇ ਹਨ ਅਤੇ ਬਦਨਾਮ ਚੰਗੇ ਲੋਕ ਹੁੰਦੇ ਹਨ। ਤੂੰ ਰਾਖਸ਼ ਦਾ ਰੂਪ ਬਣਾ ਕੇ ਇੱਕ ਇਸਤਰੀ ਦਾ ਬੱਚਾ ਚੁੱਕਿਆ ਹੈ। ਮੈਂ ਤੇਰੇ ਕੋਲੋਂ ਉਹ ਬੱਚਾ ਵਾਪਸ ਲੈਣ ਲਈ ਆਇਆ ਹਾਂ। ਰਾਖਸ਼ ਨੇ ਬੱਚਾ ਦੇਣ ਅਤੇ ਚੁੱਕ ਕੇ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਹਿਣ ਲੱਗਾ, ਮੈਂ ਇਹੋ ਜਿਹੇ ਕੰਮ ਨਹੀਂ ਕਰਦਾ। ਮੈਂ ਤਾਂ ਧਰਮ ਕਰਮ ਕਰਨ ਵਾਲਾ ਸੱਚਾ ਸਾਧੂ ਹਾਂ। ਜਦ ਉਸ ਸਾਧੂ ਨੇ ਬੱਚਾ ਬਾਲਕ ਦੇਵ ਨੂੰ ਵਾਪਸ ਨਹੀਂ ਕੀਤਾ ਤਾਂ ਬਾਲਕ ਦੇਵ ਨੇ ਰਾਖਸ਼ ਰੂਪੀ ਸਾਧੂ ਦੇ ਪੇਟ ਵਿੱਚ ਆਪਣਾ ਚਿਮਟਾ ਮਾਰਿਆ ਅਤੇ ਉਸਦੇ ਪੇਟ ਵਿੱਚੋਂ ਮਰਿਆ ਬੱਚਾ ਕੱਢ ਲਿਆ। ਫਿਰ ਉਹਨਾਂ ਨੇ ਆਪਣੀ ਸ਼ਕਤੀ ਨਾਲ ਬੱਚੇ ਨੂੰ ਦੁਬਾਰਾ ਜ਼ਿੰਦਾ ਕੀਤਾ। ਇਸ ਤਰ੍ਹਾਂ ਉਹ ਬੱਚੇ ਨੂੰ ਨਾਲ ਲੈ ਕੇ ਆਪਣੇ ਗੁਰੂ ਦੱਤਾਤਰੇय ਜੀ ਦੀ ਕੁਟੀਆ ਵਿੱਚ ਆ ਗਏ। ਸਾਰਿਆਂ ਨੇ ਇਸ ਚਮਤਕਾਰ ਨੂੰ ਦੇਖ ਕੇ ਬੜੀ ਖੁਸ਼ੀ ਮਨਾਈ। ਇਸ ਤਰ੍ਹਾਂ ਬਾਲਕ ਦੇਵ ਦੀ ਹਰ ਪਾਸੇ ਤੋਂ ਯੋਗਤਾ ਦੇਖ ਕੇ ਮਹੰਤ ਸ਼੍ਰੀ ਕਹਿਣ ਲੱਗੇ ਕਿ ਬਾਲਕ ਦੇਵ, ਮੈਂ ਤੈਨੂੰ ਅੱਜ ਤੋਂ ਆਪਣਾ ਸਭ ਤੋਂ ਪਹਿਲਾ ਚੇਲਾ ਮੰਨਦਾ ਹਾਂ। ਅੱਜ ਤੋਂ ਤੇਰਾ ਨਾਂ ਬਾਲਕ ਦੇਵ ਨਹੀਂ, ਬਾਲਕ ਨਾਥ ਹੋਵੇਗਾ।
ਤੈਨੂੰ ਅੱਜ ਤੋਂ ਹੀ ਅੰਨ ਛੱਡਣਾ ਪਵੇਗਾ, ਸਦਾ ਦੁੱਧ ਹੀ ਪੀਣਾ ਹੋਵੇਗਾ ਅਤੇ ਗਊਆਂ ਦੀ ਸੇਵਾ ਕਰਨੀ ਹੋਵੇਗੀ। ਬਾਲਕ ਦੇਵ ਨੇ ਇੰਜ ਹੀ ਹੋਵੇਗਾ ਕਹਿ ਕੇ ਪ੍ਰਣਾਮ ਕੀਤਾ ਅਤੇ ਧਰਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਇਸ ਚੈਨਲ ਤੇ ਤੁਹਾਨੂੰ ਰੂਪ ਬਸੰਤ ਅਤੇ ਪੂਰਨ ਭਗਤ ਦੀ ਕਹਾਣੀ ਵੀ ਮਿਲ ਜਾਵੇਗੀ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖਿਓ ਜੀ। ਸੋ ਇੰਟਰਸਟਿੰਗ ਕਹਾਣੀਆਂ ਲਈ ਆਪਣੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।